7 ਦਸੰਬਰ ਨੂੰ ਟਿੰਮੀ ਦਾ ਗੋਲੀकांड जो नकोदर ਦੇ ਵਿੱਚ ਹੋਇਆ ਸੀ ਉਸ ਦੇ ਪਰਿਵਾਰਿਕ ਲਗਾਤਾਰ ਸਰਕਾਰ ਕੋਲ ਪ੍ਰਸ਼ਾਸਨ ਪੰਜਾਬ ਪੁਲਿਸ ਕੋਲੋਂ ਮਦਦ ਦੀ ਮੰਗ ਕਰਦੇ ਪਏ ਨੇ ਤੇ ਅੱਜ ਫਿਰ ਮੀਡੀਆ ਦੇ ਅੱਗੇ ਉਸ ਦਾ ਪਰਿਵਾਰ ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ। ਆਓ ਆਪਾਂ ਗੱਲਬਾਤ ਕਰਦੇ ਹਾਂ ਟਿੰਮੀ ਦੇ ਪਰਿਵਾਰ ਦੇ ਨਾਲ। ਕਾਲੀਆ ਸਾਹਿਬ ਦੇ ਨਾਲ। ਕਾਲੀਆ ਸਾਹਿਬ ਅੱਜ ਤੁਹਾਡੇ ਕੋਲ ਫਿਰ ਟਿੰਮੀ ਦੇ ਪਰਿਵਾਰ ਉਹਨਾਂ ਦੀ ਵਾਈਫ ਤੁਹਾਡੇ ਕੋਲ ਆਈ ਹੈਗੀ ਹੈ। ਇਹ ਕੀ ਮੰਗ ਕਿਹੜੀ ਹੈ ਪੰਜਾਬ ਸਰਕਾਰ ਦੇ ਅੱਗੇ ਤੁਸੀਂ ਮੰਗ ਕਿਹੜੀ ਹੈ ਲੈਟਰ ਵੀ ਭੇਜੀ ਹੈਗੀ ਕੀ ਮੰਗ ਰਹੇ? ਦੇਖੋ ਇਸ ਤਰ੍ਹਾਂ ਕਿ 17 ਦਸੰਬਰ ਨੂੰ ਇੱਕ ਚਿੱਠੀ ਲਿਖੀ ਸੀਗੀ ਟਿੰਮੀ ਚਾਵਲਾ ਦੇ ਮਿਸਿਸ ਨੇ, ਮਿਸਿਸ ਵਿੰਦਰ ਕੌਰ ਉਹਨਾਂ ਨੇ ਮੁੱਖ ਮੰਤਰੀ ਨੂੰ। ਉਹਦੇ 'ਚ ਮੰਗ ਕੀਤੀ ਸੀ ਕਿ ਵੀ ਟਿੰਮੀ ਚਾਵਲਾ ਉਹਨਾਂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਔਰ ਘਰ 'ਚ ਇੱਕੋ ਹੀ ਵਿਅਕਤੀ ਸੀ ਕਮਾਉਣ ਵਾਲਾ। ਹੁਣ ਬਜ਼ੁਰਗ ਮਾਂ-ਬਾਪ ਹੈ, ਉਹਨਾਂ ਦੀ ਧਰਮ ਪਤਨੀ ਹੈ ਔਰ 2 ਬੱਚੀਆਂ ਛੋਟੀ 4 ਸਾਲ ਦੀ ਕਿ 9 ਸਾਲ ਦੀ। ਸੋ ਇਹਨਾਂ ਦਾ ਕੋਈ ਵੀ ਸੋਰਸ ਆਫ ਇਨਕਮ ਨਹੀਂ ਹੈ। ਤਾਂ ਉਸ ਨਾਤੇ ਜਿਹੜਾ ਹੈਗਾ ਕਿ ਵੀ ਇੱਕ ਤਰਸੇਦਾਰ ਦੇ ਉੱਤੇ ਨੌਕਰੀ ਦਿੱਤੀ ਜਾਵੇ, 2 ਕਰੋੜ ਰੁਪਏ ਦਿੱਤਾ ਜਾਵੇ, ਕਿਉਂਕਿ 2 ਕਰੋੜ ਰੁਪਈਆ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਟਿੰਮੀ ਚਾਵਲਾ ਉਹਨਾਂ ਦਾ ਉਹ ਉਹਨਾਂ ਨੂੰ ਸਰਕਾਰ ਨੇ ਦਿੱਤਾ ਹੈ। ਤਾਂ ਉਹਦੇ ਬਾਅਦ ਉੱਥੇ ਉਹਦੇ ਪ੍ਰੈਸ ਕਾਨਫਰੰਸ ਜਦੋਂ 21 ਨੂੰ ਕੀਤੀ 17 ਨੂੰ ਕੀਤੀ ਹੈ ਤੇ 21 ਤਰੀਕ ਨੂੰ ਜਵਾਬ ਆਇਆ, ਕਿਉਂਕਿ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸਵਿੰਦਰ ਕੌਰ ਹੋਣੀ ਉਹ ਆਪਣੇ ਮਾਇਕੇ ਗਏ ਹੋਏ ਸੀਗੇ। ਤੇ ਜਦੋਂ ਮਾਇਕੇ ਤੋਂ ਕੱਲ੍ਹ ਆਏ ਤੇ ਫਿਰ ਜਿਹੜੀ ਹੈਗੀ ਚਿੱਠੀ ਉਹਨਾਂ ਨੇ ਦੇਖੀ ਹੈ ਸਾਰੀ ਗੱਲਬਾਤ। ਹੁਣ ਉਹਦੇ 'ਚ ਚਿੱਠੀ ਜਿਹੜੀ ਲਿਖੀ ਹੈ ਉਹ ਮੁੱਖ ਮੰਤਰੀ ਦੇ ਦਫ਼ਤਰ ਨੇ ਚੀਫ ਸੈਕਟਰੀ ਨੂੰ ਲਿਖੀ ਆਫਿਸ ਦੇ ਵਿੱਚ। ਔਰ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਵੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਭੇਜੀ ਹੈ ਇਹ ਚਿੱਠੀ ਜਿਹੜੀ ਹੈ ਔਰ ਇਹ ਦਫ਼ਤਰ ਨੂੰ ਜੇ ਤੁਹਾਡੇ ਨਾਲ ਸੰਬੰਧ ਨਹੀਂ ਤੁਸੀਂ ਉਸ ਡਿਪਾਰਟਮੈਂਟ ਨੂੰ ਭੇਜ ਦਿਓ ਜਿਹਦੇ ਨਾਲ ਸੰਬੰਧਿਤ ਹੈ। ਠੀਕ ਹੈ। ਹੁਣ ਇਹਦਾ ਮਤਲਬ ਇਹ ਹੈਗਾ ਕਿ ਮੁੱਖ ਮੰਤਰੀ ਦੇ ਦਫ਼ਤਰ ਨੂੰ ਇਹ ਨਹੀਂ ਪਤਾ ਕਿ ਇਹ ਚਿੱਠੀ ਕਿਹੜੇ ਡਿਪਾਰਟਮੈਂਟ ਨੂੰ ਜਾਣੀ ਹੈ। ਆਪਣੇ ਥੱਲੇ ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਦਾ ਪਤਾ ਹੀ ਨਹੀਂ ਕਿਹੜੇ ਡਿਪਾਰਟਮੈਂਟ ਨੂੰ ਜਿਹੜੀ ਹੈਗੀ ਜਾਣੀ ਚਾਹੀਦੀ ਹੈ। ਫਿਰ ਇਹ 'ਚ ਲਿਖਿਆ ਕਿ ਵੀ ਤੁਸੀਂ ਜਿਹੜਾ ਹੈਗਾ ਇਹਨੂੰ ਐਜ਼ ਪਰ ਰੂਲਸ ਔਰ ਐਜ਼ ਪਰ ਪਾਲਿਸੀ ਇਮੀਡੀਏਟ ਜਿਹੜੀ ਹੈਗੀ ਹੈ ਡੀਲ ਕਰੋ। ਜਿਹਦਾ ਰੂਟੀਨ ਦੇ ਵਿੱਚ ਲਿਖਦੇ ਆ ਉੱਦਾਂ ਹੀ ਲਿਖੀ ਹੈਗੀ ਹੈ। ਔਰ ਇਸ ਗੱਲ ਦਾ ਕਿ ਵੀ ਇਹ ਚਿੱਠੀ 'ਚ ਜਿਹੜੀ ਤੁਸੀਂ ਸਾਨੂੰ ਵੀ ਇੰਸਟਰਕਟ ਕੀਤਾ ਮਿਸਿਸ ਵਿੰਦਰ ਕੌਰ ਉਹਨਾਂ ਨੂੰ, ਉਹਨਾਂ ਧਰਮ ਪਤਨੀ ਨੂੰ ਕਿ ਵੀ ਤੁਸੀਂ ਜਿਹੜੀ ਨੇ ਪੂਰੀ ਡਿਟੇਲ ਭੇਜੋ। ਭਾਈ ਪੂਰੀ ਡਿਟੇਲ ਤਾਂ ਆਲਰੇਡੀ ਭੇਜ ਚੁੱਕੇ ਆ। ਇਹਦਾ ਮਤਲਬ ਮੁੱਖ ਮੰਤਰੀ ਦੇ ਕਾਰਿਆਲੇ ਦੇ ਵਿੱਚ ਤਾਂ ਗਈ ਹੈ ਪਰ ਪੜ੍ਹੀ ਨਹੀਂ ਹੈ ਮੁੱਖ ਮੰਤਰੀ ਨੇ। ਫਿਰ ਇਹ ਹੈਗਾ ਕਿ ਅੱਜ ਕਹੋ ਪਾਲਿਸੀ ਬਣਾਉਣ ਦੀ ਲੋੜ ਨਹੀਂ ਹੈ। ਟੈਰਰਿਜ਼ਮ ਦੌਰਾਨ ਜਿਹੜਾ ਹੈਗਾ ਕੋਈ ਵੀ ਵਾਰਦਾਤ ਹੁੰਦੀ ਸੀਗੀ, ਕੋਈ ਵਿਅਕਤੀ ਚਲਾ ਜਾਂਦਾ ਸੀਗਾ, ਠੀਕ ਹੈ, ਗੋਲੀਆਂ ਦਾ ਸ਼ਿਕਾਰ ਹੁੰਦਾ ਸੀਗਾ ਆਤੰਕਵਾਦ ਦੇ ਵਿੱਚ, ਤਾਂ ਉਸ ਵਕਤ ਜਿਹੜਾ ਹੈਗਾ ਤਰਸੇਦਾਰ ਦੇ ਉੱਤੇ ਨੌਕਰੀ ਵੀ ਦਿੱਤੀਆਂ ਗਈਆਂ ਔਰ ਮੋਨੀਟਰੀ ਹੈਲਪ ਵੀ ਹੋਈ ਹੈਗੀ ਹੈ। ਹੁਣ ਕਈ ਅਫਸਰ ਜਿਹੜੇ ਹੈਗੇ ਆ ਉਸੇ ਆਧਾਰ ਦੇ ਉੱਤੇ ਅੱਜ ਜਿਹੜੇ ਹੈਗੇ ਆ ਸਰਕਾਰ ਦੇ ਕੁਰਸੀਆਂ 'ਤੇ ਬੈਠੇ ਹੋਏ ਆ। ਅਤੇ ਹੁਣ ਤੁਸੀਂ ਫਿਰ ਇਹ ਹੈਗਾ ਕਿ ਵੀ ਜੇ ਸਿਕਿਉਰਿਟੀ ਗਾਰਡ ਨੂੰ ਮਿਲ ਸਕਦੀ ਇਹਨਾਂ ਨੂੰ ਕਿਉਂ ਨਹੀਂ। ਅਸੀਂ ਕਹੀਏ ਕਿ ਵੀ ਜਿਸ ਤਰ੍ਹਾਂ ਢੰਗ ਦੇ ਨਾਲ ਸਰਕਾਰ ਕੰਮ ਕਰਦੀ ਪਈ ਹੈ, ਇਹ ਕੁਐਸਚਨ ਮਾਰਕ ਹੈ ਕਿ ਇਹਦਾ ਕੀ ਕਸੂਰ ਹੈ। ਜੇ ਟਿੰਮੀ ਚਾਵਲਾ ਦਾ ਚਲਾ ਗਿਆ ਜੇ ਬਾਕੀ ਨੂੰ ਮਿਲ ਸਕਦੀ ਤਾਂ ਇਹਨਾਂ ਨੂੰ ਕਿਉਂ ਨਹੀਂ ਹੈਗੀ। ਤੁਸੀਂ ਇਸ ਬਾਰੇ ਕੋਈ ਲੈਟਰ ਲਿਖੀ ਹੈ ਜਾਂ ਤੁਸੀਂ ਜਾਂ ਸਿੱਧਾ ਸੀਐਮ ਸਾਹਿਬ ਨੂੰ ਤੁਸੀਂ ਇਹਨਾਂ ਦੇ ਪਰਿਵਾਰ ਨੂੰ ਲੈ ਕੇ ਉਹਨਾਂ ਨੂੰ ਮਿਲਣ ਦੀ? ਦੇਖੋ ਇਸ ਤਰ੍ਹਾਂ ਹੈ ਕਿ ਵੀ ਚਿੱਠੀ ਲਿਖੀ ਹੈ, ਚਿੱਠੀ ਦਾ ਜਵਾਬ ਆਇਆ। ਹੁਣ ਅਸੀਂ ਹੋਰ ਵੀ ਦੇਖਾਂਗੇ ਜਾਂ ਕਾਨੂੰਨ ਦਾ ਦਰਵਾਜ਼ਾ ਖਟਖਟਾਵਾਂਗੇ, ਗਵਰਨਰ ਸਾਹਿਬ ਨੂੰ ਮਿਲਾਂਗੇ। ਅਸੀਂ ਤੁਹਾਡੇ ਦੁਆਰਾ ਵੀ ਅਸੀਂ ਜਿਹੜਾ ਹੈਗਾ ਕਿ ਵੀ ਚੀਫ ਮਿਨਿਸਟਰ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਸਾਡਾ ਸਾਥ ਦਿਓ, ਰੇਜ਼ ਕਰੋ ਸਾਰੀ ਆਵਾਜ਼ ਕਿ ਵੀ ਇਹਦਾ ਕੀ ਕਸੂਰ ਹੈ, ਇਸ ਪਰਿਵਾਰ ਦਾ ਕੀ ਕਸੂਰ ਹੈ, ਇਹ ਕਿੱਥੇ ਜਾਏਗੀ। ਸੋ ਇਹ MA BEd ਪੜ੍ਹੀ ਹੋਈ ਹੈ, ਇਹਨੂੰ ਕੋਈ ਨੌਕਰੀ ਦੇ ਸਕਦੀ ਹੈ, ਐਜੂਕੇਸ਼ਨ ਡਿਪਾਰਟਮੈਂਟ 'ਚ ਮਿਲ ਸਕਦੀ ਹੈ, ਕਿਤੇ ਕਲੈਰੀਕਲ ਮਿਲ ਸਕਦੀ ਹੈ। ਸੋ ਉਸ ਨਾਤੇ ਜਿਹੜਾ ਹੈਗਾ ਮੈਂ ਤਾਂ ਹੁਣ ਵੀ ਕਹਿੰਦਾ ਕਿ ਮੁੱਖ ਮੰਤਰੀ ਜੀ ਤੁਸੀਂ ਆਓ, ਇਹਨਾਂ ਦੇ ਪਰਿਵਾਰ 'ਚ ਮਿਲੋ, ਕਿਸੇ ਮੰਤਰੀ ਨੂੰ ਭੇਜੋ, ਹਾਲਾਤ ਦੇਖੋ ਅਤੇ ਉਹਦੇ ਅਨੁਸਾਰ ਜਿਹੜਾ ਕਾਰਵਾਈ ਕਰੋ। ਅਤੇ ਆਪਾਂ ਚਿੱਠੀ ਦੇ ਵਿੱਚ ਤਾਂ ਤੁਸੀਂ ਇੱਦਾਂ ਲੱਗਦਾ ਹੈਗਾ ਕਿ ਰੂਟੀਨ ਦੇ ਵਿੱਚ ਚਿੱਠੀ ਭੇਜਤੀ ਹੈ, ਨਾ ਪੜ੍ਹੀ ਹੈ ਨਾ ਕੋਈ ਗੱਲਬਾਤ ਹੈ। ਅਸੀਂ ਟਿੰਮੀ ਦੇ ਪਰਿਵਾਰ ਦੇ ਨਾਲ ਵੀ ਗੱਲ ਕਰਾਂਗੇ, ਉਹਨਾਂ ਦੀ ਵਾਈਫ ਹੈ ਸਾਡੇ ਨਾਲ, ਆਪਾਂ ਗੱਲਬਾਤ ਕਰਦੇ ਹਾਂ। ਅੱਜ ਫਿਰ ਤੁਸੀਂ ਮੀਡੀਆ ਦੇ ਸਾਹਮਣੇ ਆਏ ਹੋ, ਸੀਨੀਅਰ BJP ਦੇ ਲੀਡਰ ਦੇ ਘਰ ਅੱਜ ਪ੍ਰੈਸ ਕਾਨਫਰੰਸ ਕੀਤੀ, ਕੀ ਕਾਰਨ ਪੈ ਗਿਆ ਫਿਰ ਦੁਆਰਾ ਜੋ ਹੈ ਪਹਿਲੇ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਲੈਟਰ ਲਿਖਦੇ ਉਸ ਤੋਂ ਬਾਅਦ ਫਿਰ ਤੁਹਾਨੂੰ ਜਵਾਬ ਵੀ ਆ ਜਾਂਦਾ ਹੈਗਾ? ਸਰ ਦੇਖੋ ਮੈਂ ਤਾਂ ਇਹੀ ਕਹਾਂਗੀ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ, ਕਿ ਸਾਡੀ ਹੈਲਪ ਕੀਤੀ ਜਾਏ। ਅਗਰ ਮੇਰੇ ਹਸਬੈਂਡ ਅੱਜ ਹੁੰਦੇ ਤੇ ਉਹ ਖੁਦ ਆਪਣੀ ਬੇਟੀਆਂ ਨੂੰ ਪੜ੍ਹਾਉਂਦੇ, ਵੱਡਾ ਕਰਦੇ, ਅੱਛੀ ਐਜੂਕੇਸ਼ਨ ਦਿੰਦੇ। ਹੁਣ ਜੋ ਮੇਰੇ ਨਾਲ ਹੋਇਆ ਮੈਂ ਨਹੀਂ ਚਾਹੁੰਦੀ ਕਿ ਕਿਸੇ ਵੀ ਹੋਰ ਲੇਡੀ ਨਾਲ ਇੱਦਾਂ ਹੋਏ। ਮੇਰੀ ਬਸ ਇਹੀ ਇੱਛਾ ਹੈ ਕਿ ਵੀ ਮੈਨੂੰ ਫਾਈਨੈਂਸ਼ੀਅਲ ਹੈਲਪ ਕੀਤੀ ਜਾਵੇ, ਜੋਬ ਦਿੱਤੀ ਜਾਵੇ ਅੱਛੀ, ਤਾਂ ਕਿ ਮੈਂ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ, ਉਹਨਾਂ ਨੂੰ ਆਪਣੇ ਪੈਰਾਂ 'ਤੇ ਮੇਰੇ ਕੋਲ ਤਾਂ ਗਲਤੀਆਂ ਹੋ ਗਈਆਂ। ਮੈਂ ਤਾਂ ਪੜ੍ਹਾਈ ਲਿਖਾਈ ਕਰਕੇ ਘਰ 'ਚ ਬੈਠ ਗਈ ਸਰ। ਮੇਰੇ ਹਸਬੈਂਡ ਨਹੀਂ ਸੀ, ਉਹਨਾਂ ਦਾ ਇਹੀ ਸੀ ਕਿ ਚੱਲ ਤੂੰ ਪਹਿਲੇ ਆਪਣੇ ਬੱਚੇ ਪਾਲ ਲੈ, ਬੱਚੇ ਵੱਡੇ ਕਰ ਲੈ, ਫਿਰ ਤੂੰ ਕੁਛ ਲੈ। ਪਰ ਹੁਣ ਇਹ ਕੰਮ ਜੋ ਮੇਰੇ ਨਾਲ ਹੋ ਗਿਆ,
ਮੈਂ ਨਹੀਂ ਚਾਹੁੰਦੀ ਕਿ ਉਹ ਮੇਰੀ ਬੱਚਿਆਂ ਨਾਲ ਇੱਦਾਂ ਹੋਵੇ। ਜ਼ਿੰਦਗੀ ਦੇ ਵਿੱਚ ਮੈਂ ਚਾਹੁੰਦੀ ਉਹ ਹਰ ਇੱਕ ਚੀਜ਼ ਲਈ ਆਪਣੇ ਪੈਰਾਂ 'ਤੇ ਸਟੈਂਡ ਰਹਿਣ। ਅੱਛੀ ਉਹਦੇ ਲਈ ਸਰ ਅੱਛੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਅਤੇ ਅੱਛੀ ਐਜੂਕੇਸ਼ਨ ਦੇ ਮੇਰੇ ਕੋਲ 4 ਪੈਸੇ ਵੀ ਹੋਣੇ ਚਾਹੀਦੇ ਆ। ਮੈਂ ਉਹਨਾਂ ਨੂੰ ਕਿੱਥੋਂ ਇੰਨੀ ਵਧੀਆ ਐਜੂਕੇਸ਼ਨ ਦੇਵਾਂਗੀ? ਅੱਜ ਮੇਰੇ ਹਸਬੈਂਡ ਕੰਮ ਕਰਦੇ ਹੁੰਦੇ, ਪੈਸੇ ਘਰ ਕਮਾ ਕੇ ਲਿਆਉਂਦੇ, ਮੈਂ ਉਹਨਾਂ ਨੂੰ ਸੋਹਣੇ ਸਕੂਲਾਂ 'ਚ ਪੜ੍ਹਾਉਂਦੀ। ਮੈਨੂੰ ਤਾਂ ਇਹ ਵੀ ਨਹੀਂ ਸਮਝ ਲੱਗਦਾ ਵੀ ਮੈਂ ਉਹਦਾ ਸਕੂਲ ਵੀ ਅੱਗੋਂ ਕੰਟੀਨਿਊ ਕਰ ਪਾਵਾਂਗੀ। ਕਿ ਕੈਂਬਰਿਜ 'ਚ ਪੜ੍ਹਦੀ ਸਰ ਉਹ ਜਲੰਧਰ, ਮੈਂ ਕਿੱਥੋਂ ਉਹਦੀਆਂ ਫੀਸਾਂ ਦਾਂਗੀ? ਉਹ ਹੈਗੇ ਸੀ ਤੇ ਚੱਲ ਕਹਿੰਦੇ ਸੀ ਵਧੀਆ ਸਕੂਲ 'ਚ ਪੜ੍ਹਾ, ਬੱਚੇ ਵਧੀਆ ਪੜ੍ਹ ਜਾਣ, ਸਾਡੀ ਕੋਈ ਗੱਲ ਨਹੀਂ, ਔਖੇ ਸੌਖੇ ਹੋ ਕੇ ਵੀ ਫੀਸ ਦੇ ਦਾਂਗੇ। ਪਰ ਹੁਣ ਮੈਂ ਕੈਂਬਰਿਜ ਦੀਆਂ ਫੀਸਾਂ ਕਿੱਥੋਂ ਦਾਂਗੀ ਸਰ? ਤੁਸੀਂ ਦੱਸੋ ਮੈਨੂੰ। ਉਹਦੇ ਲਈ ਮੈਂ ਬਸ ਇਹੀ ਸਰਕਾਰ ਨੂੰ ਕਹਿੰਦੀ ਹਾਂ ਕਿ ਵੀ ਮੈਨੂੰ ਕੋਈ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਬੱਚੀਆਂ ਨੂੰ ਸੋਹਣੀ ਐਜੂਕੇਸ਼ਨ ਦੇ ਸਕਾਂ, ਅਤੇ ਬਸ ਉਹ ਵੀ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ ਸਰ। ਬਸ ਮੇਰੀ ਹੋਰ ਕੋਈ ਗੁਜ਼ਾਰਿਸ਼ ਨਹੀਂ ਕਿ ਮੇਰਾ ਲੋਸ ਤਾਂ ਪੂਰਾ ਨਹੀਂ ਹੋ ਸਕਦਾ। ਉਹ ਕੋਈ ਨਹੀਂ ਜਾਣ ਸਕਦਾ ਕਿ ਮੇਰਾ ਲੋਸ ਮੇਰੀ ਜ਼ਿੰਦਗੀ ਵਿੱਚ ਕੀ ਹੋ ਗਿਆ। ਮੈਨੂੰ ਇੱਕ ਇਮੋਸ਼ਨਲ ਸਪੋਰਟ ਉਹਨਾਂ ਦੀ ਜੋ ਹੈਗੀ ਸੀ, ਇੱਕ ਬੱਚਿਆਂ ਨੂੰ ਖਾਸ ਕਰ ਗਰਲ ਚਾਈਲਡ ਨੂੰ ਰਾਈਜ਼ ਕਰਨ ਲਈ ਇੱਕ ਫਾਦਰ ਦੀ ਬਹੁਤ ਜ਼ਿਆਦਾ ਇਮੋਸ਼ਨਲ ਸਪੋਰਟ ਹੁੰਦੀ ਹੈ। ਉਹ ਤਾਂ ਮੇਰੀ ਲਾਈਫ 'ਚ ਕੋਈ ਕਮੀ ਨਹੀਂ ਪੂਰੀ ਕਰ ਸਕਦਾ। ਪਰ ਹੁਣ ਮੈਂ ਕੈਂਬਰਿਜ ਦੀਆਂ ਫੀਸਾਂ ਕਿੱਥੋਂ ਦਾਂਗੀ ਸਰ? ਤੁਸੀਂ ਦੱਸੋ ਮੈਨੂੰ। ਉਹਦੇ ਲਈ ਮੈਂ ਬਸ ਇਹੀ ਸਰਕਾਰ ਨੂੰ ਕਹਿੰਦੀ ਹਾਂ ਕਿ ਵੀ ਮੈਨੂੰ ਕੋਈ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਬੱਚੀਆਂ ਨੂੰ ਸੋਹਣੀ ਐਜੂਕੇਸ਼ਨ ਦੇ ਸਕਾਂ, ਅਤੇ ਬਸ ਉਹ ਵੀ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ ਸਰ। ਬਸ ਮੇਰੀ ਹੋਰ ਕੋਈ ਗੁਜ਼ਾਰਿਸ਼ ਨਹੀਂ ਕਿ ਮੇਰਾ ਲੋਸ ਤਾਂ ਪੂਰਾ ਨਹੀਂ ਹੋ ਸਕਦਾ। ਉਹ ਕੋਈ ਨਹੀਂ ਜਾਣ ਸਕਦਾ ਕਿ ਮੇਰਾ ਲੋਸ ਮੇਰੀ ਜ਼ਿੰਦਗੀ ਵਿੱਚ ਕੀ ਹੋ ਗਿਆ। ਮੈਨੂੰ ਇੱਕ ਇਮੋਸ਼ਨਲ ਸਪੋਰਟ ਉਹਨਾਂ ਦੀ ਜੋ ਹੈਗੀ ਸੀ, ਇੱਕ ਬੱਚਿਆਂ ਨੂੰ ਖਾਸ ਕਰ ਗਰਲ ਚਾਈਲਡ ਨੂੰ ਰਾਈਜ਼ ਕਰਨ ਲਈ ਇੱਕ ਫਾਦਰ ਦੀ ਬਹੁਤ ਜ਼ਿਆਦਾ ਇਮੋਸ਼ਨਲ ਸਪੋਰਟ ਹੁੰਦੀ ਹੈ। ਉਹ ਤਾਂ ਮੇਰੀ ਲਾਈਫ 'ਚ ਕੋਈ ਕਮੀ ਨਹੀਂ ਪੂਰੀ ਕਰ ਸਕਦਾ। ਐਟਲੀਸਟ ਤੁਸੀਂ ਮੈਨੂੰ ਫਾਈਨੈਂਸ਼ੀਅਲ ਹੈਲਪ ਤਾਂ ਦੇ ਸਕਦੇ ਹੋ ਕਿ ਮੈਂ ਆਪਣੀਆਂ ਬੇਟੀਆਂ ਨੂੰ ਵੱਡੀ ਕਰ ਸਕਾਂ ਸਰ। ਕਦੋਂ ਕਤਲ ਤੋਂ ਬਾਅਦ ਕਦੀ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਪ੍ਰਸ਼ਾਸਨ ਵੱਲੋਂ ਤੁਹਾਡੇ ਘਰ ਕੋਈ ਆਇਆ ਜਾਂ ਮਿਲਣ? ਸਰ ਦੇਖੋ, ਉਹੀ ਗੱਲ ਹੈ ਕਿ ਓਪੋਜੀਸ਼ਨ ਵਾਲੇ ਬਹੁਤ ਆਏ ਆ, ਹੌਂਸਲੇ ਦੇ ਕੇ ਗਏ, ਪਰ ਆਮ ਆਦਮੀ ਪਾਰਟੀ ਤੋਂ ਸਾਡੇ ਘਰ ਆ ਕੇ ਕਿਸੇ ਨੇ ਵੀ ਕੋਈ ਵੀ ਹੌਂਸਲਾ ਨਹੀਂ ਦਿੱਤਾ, ਨਾ ਕੋਈ ਕਿਸੇ ਨੇ ਪ੍ਰੋਮਿਸਿਸ ਕੀਤੇ, ਕੋਈ ਆਇਆ ਵੀ ਨਹੀਂ ਆ ਸਰ ਮਿਲਣ। ਪਤਾ ਨਹੀਂ ਕਿਸੇ ਨੂੰ ਤਰਸ ਹੀ ਨਹੀਂ ਆਇਆ ਸਾਡੇ ਉੱਤੇ। ਉਹਨਾਂ ਦੇ ਲਈ ਤੇ ਅਗਲਾ ਕੀ ਸਟੈਪ ਹੋਏਗਾ? ਹਾਂ, ਸਰਕਾਰ ਵੱਲੋਂ ਤੁਸੀਂ ਜੋ ਜਵਾਬ ਭੇਜਿਆ ਸੀ ਲੈਟਰ, ਉਸ ਦਾ ਜਵਾਬ ਤੁਹਾਡੇ ਕੋਲ ਵਾਪਸ ਆ ਗਿਆ, ਹੁਣ ਅਗਲਾ ਕੀ ਸਟੈਪ ਹੈ? ਸਰ ਦੇਖੋ, ਮੇਰੀ ਤਾਂ ਇਹੀ ਉਮੀਦ ਹੈਗੀ ਹੈ ਕਿ ਵੀ ਸਰਕਾਰ ਨੂੰ ਮੇਰੀਆਂ ਬੇਟੀਆਂ ਲਈ, ਬੇਟੀਆਂ ਹੈ ਬੇਟੇ ਵੀ ਨਹੀਂ ਹੈਗੇ, ਬੇਟੀਆਂ ਲਈ ਕੁਝ ਕਰਨਾ ਚਾਹੀਦਾ। ਮੈਂ ਤਾਂ ਬਸ ਇਹੀ ਉਮੀਦ ਕਰਦੀ ਹਾਂ ਕਿ ਵੀ ਅਸੀਂ ਵੀ ਤੁਹਾਨੂੰ ਬੜੀ ਉਮੀਦ ਦੇ ਨਾਲ ਵੋਟ ਦਿੱਤਾ ਕਿ ਤੁਸੀਂ ਵੀ ਸਾਡੀਆਂ ਉਮੀਦਾਂ 'ਤੇ ਖਰੇ ਉਤਰੋ। ਪੰਜਾਬ ਦੇ ਹਾਲਾਤ ਬਹੁਤ ਖਰਾਬ ਹੁੰਦੇ ਪਏ, ਮੇਰੇ ਲਈ ਨਹੀਂ, ਬਾਕੀ ਹੋਰ ਵੀ ਬਹੁਤ ਸਾਰੀਆਂ ਰੈਂਸਮ ਕੋਲਸ ਆ ਰਹੀਆਂ। ਇਹਨਾਂ ਲੋਕਾਂ ਦੇ ਪਰਿਵਾਰਾਂ ਲਈ ਕੁਝ ਸੋਚਿਆ ਜਾਵੇ। ਹਰ ਇੱਕ ਦੇ ਪਰਿਵਾਰ ਵਿੱਚ ਉਹਦਾ ਕੋਈ ਨਾ ਕੋਈ ਹੁੰਦਾ ਜਿਹੜਾ ਮੇਨ ਕੋਲ, ਤੇ ਉਹਨੂੰ ਹੀ ਆਉਂਦੀ ਹੈ ਜੋ ਪਰਿਵਾਰ ਦਾ ਬ੍ਰੈਡ ਅਰਨਰ ਹੁੰਦਾ ਵੈ, ਜੋ ਪਰਿਵਾਰ 'ਚ ਕਮਾ ਰਿਹਾ। ਮੇਰੇ ਲਈ ਨਹੀਂ, ਬਾਕੀਆਂ ਲਈ ਵੀ ਕੁਝ ਸੇਫਟੀ ਕੀਤੀ ਜਾਵੇ, ਉਹਨਾਂ ਦੇ ਪਰਿਵਾਰਾਂ ਲਈ ਵੀ ਸਰ ਕੁਝ ਸੋਚਿਆ ਜਾਵੇ। ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਰਹੇ ਪੰਜਾਬ। ਟਿੰਮੀ ਦੇ ਕਤਲ ਤੋਂ ਬਾਅਦ, ਉਸ ਤੋਂ ਬਾਅਦ ਨਕੋਦਰ ਦੇ ਐਮਐਲਏ ਜੋ ਹੈ ਮੈਡਮ, ਉਹ ਤੁਹਾਡੇ ਕੋਲ ਆਏ ਸੀ, ਉਹਨਾਂ ਨੇ ਵਿਸ਼ਵਾਸਨ ਵੀ ਤੁਹਾਨੂੰ ਦਿੱਤਾ ਸੀ ਇਸ ਦੇ ਮੈਂ ਕਿਹੜਾ ਸਰਕਾਰ ਦੇ ਅੱਗੇ ਮੁੱਦਾ ਰੱਖਾਂਗੇ, ਕਿਹੜਾ ਤੁਹਾਡੀ ਨੌਕਰੀ ਆ ਉਸ ਨੂੰ ਜਲਦੀ ਹੈ ਕੁਝ ਤੇ ਕੁਝ ਤੁਹਾਡਾ ਹੱਲ ਕੀਤਾ ਜਾਏਗਾ। ਕਿਆ ਉਹ ਐਮਐਲਏ ਸਾਹਿਬ ਨੇ ਕੁਝ ਕੀਤਾ? ਸਰ ਨਹੀਂ, ਬਸ ਉਹੀ ਬਸ ਗੱਲਾਂ ਹੀ ਹੈ। ਬਸ 1-2 ਵਾਰੀ ਸਾਡੇ ਘਰ ਸਾਰੇ ਆਏ, ਉਸ ਤੋਂ ਬਾਅਦ ਸਾਰੇ ਚੁੱਪ ਕਰਕੇ ਬੈਠ ਗਏ ਨੇ। ਕੋਈ ਤੁਸੀਂ ਇਸ ਉੱਚ ਅਫਸਰਾਂ ਨੂੰ ਵੀ ਮਿਲ ਕੇ ਆਏ ਹੋ, ਕੀ ਉਹਨਾਂ ਨੇ ਕੀ ਵਿਸ਼ਵਾਸਨ ਤੁਹਾਨੂੰ? ਸਰ ਜਿੱਦਾਂ ਹੁਣ ਲਾਸਟ ਟਾਈਮ ਵੀ ਜਦੋਂ ਟਿੰਮੀ ਵੀਰਾ ਵੀ ਜਿਸ ਦਿਨ 7 ਦਸੰਬਰ ਨੂੰ ਇਹ ਇੰਸੀਡੈਂਸ ਹੋਇਆ, ਉਸ ਦਿਨ ਵੀ ਸਾਰੀ ਦਿਹਾੜੀ ਉਹਨਾਂ ਦੀ ਇੱਥੇ ਲੱਗ ਗਈ, ਆਫਿਸ ਚੱਕਰ ਖਾਂਦੇ, ਕਦੀ ADC ਸਾਹਿਬ ਕੋ ਜਾ, ਕਦੀ DC ਸਾਹਿਬ ਕੋ ਜਾ। ਮਤਲਬ ਇੰਨਾ ਕੁ ਖੱਜਲ ਉਹਨਾਂ ਨੇ ਕੀਤਾ ਕਿ ਉਹ ਅੰਦਰੋਂ ਟੁੱਟ ਹੀ ਚੁੱਕੇ ਸੀਗੇ। ਅਤੇ ਹੁਣ ਵੀ ਮੈਂ ਪਿਛਲੇ ਥੋੜ੍ਹੇ ਦਿਨਾਂ ਤੋਂ ਜਾ ਰਿਹਾ ਸੀਗਾ ਕਿ ਅਸੀਂ ਆਪਣੇ ਲਈ ਕਿ ਸੇਫਟੀ ਲਈ ਜਾ ਰਹੇ ਸੀਗੇ, ਅਤੇ ਹੁਣ ਕੱਲ੍ਹ ਵੀ ਦੁਬਾਰਾ ਫਿਰ ਗਏ ਹਾਂ। ਅਤੇ ਕੱਲ੍ਹ ADC ਸਾਹਿਬ ਅਮਿਤ ਮਾਇਨ ਕੋ ਗਏ ਹਾਂ, ਅਤੇ ਉਹਨਾਂ ਨੂੰ SSP ਸਵਰਨਦੀਪ ਸਿੰਘ ਜੀ ਨੇ ਨਾਲ ਭੇਜਿਆ ਕਿਸੇ ਨੂੰ ਕਿ ਇਹਨਾਂ ਦੇ ਤੁਸੀਂ ਸਾਈਨ ਕਰ ਦਿਓ, ਅਤੇ ਉਹਨਾਂ ਨੇ ਫਿਰ ਵੀ ਉਹਨਾਂ ਨੂੰ ਨਾ ਕਰ ਦਿੱਤੀ ਕਿ ਤੁਸੀਂ ਉਹਨਾਂ ਕੋਲ ਰਿਟਨ 'ਚ ਲੈ ਕੇ ਆਓ। ਵਰਲਡ ਵਾਈਡ ਖਬਰ ਫੈਲ ਗਈ ਆ, ਸਾਰਿਆਂ ਨੂੰ ਪਤਾ ਆ, ਹਾਲੇ ਵੀ ਇਹ ਰਿਟਨ ਭਾਲਦੇ ਆ। ਅਤੇ DC ਸਾਹਿਬ ਨੂੰ ਇੱਕ ਮੈਂ ਭੇਜੀ ਲਿਖ ਕੇ ਚਿੱਠੀ ਕਿ ਜੀ ਸਰ ਮੈਨੂੰ ਥੋੜ੍ਹਾ ਸਮਾਂ ਦਿਓ ਕਿ ਮੈਂ ਤੁਹਾਨੂੰ ਕੋਈ ਗੱਲ ਕਰਨੀ ਆ। ਉਹਨਾਂ ਦਾ ਅੰਦਰੋਂ ਜਵਾਬ ਆ ਰਿਹਾ ਕਿ ਮੇਰੇ ਕੋਲ ਜੀ ਟਾਈਮ ਹੀ ਹੈ ਨਹੀਂ ਗਾ ਜੀ, ਮੈਂ ਬਿਜ਼ੀ ਹਾਂ। ਆਹ ਤਾਂ ਹਾਲਾਤ ਆ ਜੀ ਇਹਨਾਂ ਦੇ। ਜਦੋਂ ਸਰਕਾਰ ਦੇ ਨੁਮਾਇੰਦੇ ਕੋਲ ਤੁਸੀਂ ਜਾਂਦੇ ਹੋ, ਉਹਨਾਂ ਨੇ ਕਿਹੜੀ SSP ਸਾਹਿਬ ਦੇ ਤੁਹਾਡੇ ਮੁਲਾਜ਼ਮ ਦੇ ਨਾਲ ਭੇਜੇ ਤੁਸੀਂ ਕਹਿ ਰਹੇ ਹੋ, ਅਤੇ ਉਹਨਾਂ ਕੋਲ ਭੇਜਿਆ ਕਿਉਂ ਨਹੀਂ ਸਾਈਨ ਕੀਤੇ? ਕਾਰਨ ਕੀ ਹੈ? ਕਾਰਨ ਕਹਿੰਦੇ ਜੀ ਸਰਕਾਰ ਵੱਲੋਂ ਹਦਾਇਤਾਂ ਹੈਗੀਆਂ ਜੀ, ਨਹੀਂ ਅਸੀਂ ਦੇ ਸਕਦੇ। ਅਤੇ ਉਹ ਕਹਿੰਦੇ ਜੀ ਇਹਨਾਂ ਨੇ ਇੰਨਾ ਵੱਡਾ ਇੰਸੀਡੈਂਟ ਹੋ ਗਿਆ ਆ, ਸਭ ਕੁਝ ਹੋ ਗਿਆ, ਹਾਲੇ ਪਹਿਲਾਂ ਵੀ ਤੁਸੀਂ ਖੱਜਲ ਕੀਤਾ, ਤੁਸੀਂ ਹੁਣ ਵੀ ਖੱਜਲ ਕਰ ਰਹੇ ਹੋ। ਫਿਰ SSP ਸਾਹਿਬ ਨੇ ਰਿਟਨ 'ਚ ਲਿਖ ਕੇ ਦਿੱਤਾ, ਫਿਰ ਉਹਨਾਂ ਨੇ SSP ਦੇ ਲਿਖਣ ਦੇ ਬਾਅਦ ਫਿਰ ਜਾ ਕੇ ਸਾਈਨ ਕੀਤੇ ਕਿਤੇ ਜਾ ਕੇ ਜੀ। ਮਤਲਬ ਕਿ ਸਵੇਰ ਦੇ ਗਏ ਅਸੀਂ, ਕੱਲ੍ਹ ਸਾਨੂੰ 4 ਵਜੇ 5 ਵਜੇ ਉੱਥੋਂ ਫ੍ਰੀ ਕੀਤਾ, ਅਸੀਂ 10 ਵਜੇ ਘਰੋਂ ਨਿਕਲੇ। ਸਿਰਫ ਪੂਰੀ ਦਿਹਾੜੀ ਦੇ ਵਿੱਚ ਇੱਕ ਸਾਈਨ ਕਰਕੇ ਸਾਨੂੰ 8-10 ਘੰਟੇ ਖੱਜਲ ਹੋਣਾ ਪਿਆ ਜੀ। ਇਸ ਦੇ ਬਾਰੇ DC ਸਾਹਿਬ ਨੇ ਤੁਹਾਡੇ ਨਾਲ ਨਹੀਂ ਕੀਤੀ ਜੀ, ਉਹ ਕਹਿੰਦੇ ਸਮਾਂ ਹੀ ਹੈ ਨਹੀਂ ਗਾ ਜੀ ਸਾਡੇ ਕੋਲ।
ਸਮਾਂ ਹੀ ਹੈ ਨਹੀਂਗਾ ਜੀ। ਠੀਕ ਹੈ, ਜਦੋਂ ਅਸੀਂ ਟਿੰਮੀ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ, ਉਹਨਾਂ ਦਾ ਕਹਿਣਾ ਲਗਾਤਾਰ ਅਸੀਂ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਕੋਲ ਸਮੇਂ ਮੰਗਣ ਦਾ ਟਾਈਮ ਮੰਗ ਰਹੇ ਹਾਂ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਮੇਰੇ ਕੋਲ ਟਾਈਮ ਨਹੀਂ ਹੈ। ਇਸ ਦੇ ਬਾਰੇ ਜਦੋਂ ਏਡੀਸੀ ਸਾਹਿਬ ਨੂੰ ਮਿਲਦੇ ਆ ਤੇ ਉਹ ਸਾਫ਼ ਹੀ ਇਹ ਕੰਮ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੂਸਰੇ ਪਾਸੇ ਟਿੰਮੀ ਦੀ ਵਾਈਫ ਵੱਲੋਂ ਸਰਕਾਰ ਕੋਲੋਂ ਦੁਆ ਕੀ ਜੋ ਇਨਸਾਫ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ, ਮੈਨੂੰ ਜੋ ਮੇਰੇ ਪਰਿਵਾਰ ਔਰ ਮੇਰੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਔਰ ਨੌਕਰੀ ਦੀ ਜੋ ਹੈ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਕੈਮਰਾਮੈਨ ਸੰਦੀਪ ਦੇ ਨਾਲ ਸੋਨੂ ਮਹਾਜਨ, ਜਗਬਾਣੀ ਟੀਵੀ, ਜਲੰਧਰ।